ਤੁਹਾਡਾ ਹੋਸਟ ਆਬਦ ਹੁਸੈਨ ਸਿਆਲਵੀ ਪੰਜਾਬੀ ਪੁਆਇੰਟ ਵਿਦ ਆਬਦ ਸਿਆਲਵੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਅਸੀਂ ਇਸ ਗਰੁੱਪ ਆਫ ਕਾਲਜ ਗੁਜਰਾਂਵਾਲਾ ਦੇ ਕੈਂਪਸ ਅੱਗੇ ਖੜੇ ਹਾਂ। ਇਹਦੇ ਵਿੱਚ ਅੱਜ ਇੱਕ ਤਕਰੀਬ ਹੋਣ ਜਾ ਰਹੀ ਹੈ, ਇੱਕ MOU ਸਾਈਨ ਹੋਣ ਜਾ ਰਿਹਾ ਹੈ ਜਿਹੜਾ ਜੀ ਮਗਨੋਲੀਆ ਹਾਊਸਿੰਗ ਸੁਸਾਇਟੀ ਦੀ ਤਨਜ਼ੀਮ JEC ਔਰ ਇਸ ਗਰੁੱਪ ਦੇ ਜਿਹੜਾ ਨਾ ਦਰਮਿਆਨ ਹੋਣ ਜਾ ਰਿਹਾ ਹੈ, ਜਿਹਦੇ ਵਿੱਚ ਇਸ ਗਰੁੱਪ ਨੇ ਜਿਹੜਾ ਨਾ ਜੀ ਮਗਨੋਲੀਆ ਦੇ ਰੈਸ਼ਨ ਨੂੰ ਆਫਰ ਕੀਤੀ ਹੈ ਕਿ ਉਹਨਾਂ ਨੂੰ ਫੀਸ ਦੇ ਵਿੱਚ ਰਿਆਇਤ ਦਿੱਤੀ ਜਾਏਗੀ, ਯਾਨੀ ਜਿਹੜਾ ਰਿਕਮੈਂਡਡ ਬੱਚਾ ਆਏਗਾ JEC ਵੱਲੋਂ ਉਹਨਾਂ ਦੇ ਲੈਟਰ ਪੈਡ ਦਾ ਉਹ ਲੈ ਕੇ ਆਏਗਾ, ਉਹਨੂੰ ਅੱਧੀ ਫੀਸ ਜਿਹੜੀ ਹੈ ਨਾ ਉਹ ਛੱਡ ਦਿੱਤੀ ਜਾਏਗੀ। ਇਹ ਤਕਰੀਬ ਦਾ ਹਵਾਲਾ ਅਸੀਂ ਤੁਹਾਨੂੰ ਵਿਖਾਉਂਦੇ ਹਾਂ, ਆਓ ਮੇਰੇ ਨਾਲ। ਨਾਜ਼ਰੀਨ, ਸਾਡੇ ਨਾਲ JEC ਦੇ ਜਨਰਲ ਸੈਕਟਰੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨੀ। ਅਸਲਾਮ ਅਲੈਕਮ ਸਰ। MD ਸਾਹਿਬ, ਸਾਨੂੰ ਇਹ ਦੱਸੋ ਕਿ ਅੱਜ ਜਿਹੜਾ ਅਸੀਂ ਇੱਕ MOU ਸਾਈਨ ਕੀਤਾ ਹੈ, ਤੁਹਾਡੇ ਕੀ ਇਹਦੇ ਬਾਰੇ ਖਿਆਲਾਤ ਨੇ? ਇਹ ਬਹੁਤ ਵਧੀਆ ਸਾਈਨ ਹੈ, ਇਹ ਲੋਕਾਂ ਵਾਸਤੇ ਇੱਕ ਪੋਜ਼ਿਟਿਵ ਸਾਈਨ ਹੈ ਜੀ ਮੁਗਲ ਲੋਕ ਰਾਸ਼ੀ ਵਾਸਤੇ, ਔਰ 50% ਡਿਸਕਾਊਂਟ ਕਰ ਦੇਣਾ ਬਹੁਤ ਵਧੀਆ ਹੈ। ਅੱਛਾ, ਇਹ ਤਾਂ ਮੈਂ ਦੱਸਿਆ ਚੱਲਾਂ ਤੁਹਾਨੂੰ ਕਿ ਸਵੇਰ ਦੇ ਟਾਈਮ ਕਾਲਜ ਹੈ ਔਰ ਸੈਕੰਡ ਟਾਈਮ ਯੂਨੀਵਰਸਿਟੀ ਦੀਆਂ ਕਲਾਸਿਸ ਹੁੰਦੀਆਂ ਨੇ, ਇਹ ਦੋਵਾਂ ਵਾਸਤੇ ਇਹ ਆਫਰ ਹੈ ਔਰ ਇਹ ਨਜ਼ਦੀਕ ਤਰੀਨ ਹੈ ਸਾਡੇ ਯੂਨੀਵਰਸਿਟੀ ਵੀ ਔਰ ਕਾਲਜ ਦੀਆਂ ਵੀ ਕਲਾਸਿਸ। ਇਹ ਦੁਨੀਆ ਨੂੰ ਤੁਸੀਂ ਇੱਕ ਬਲੈਸਿੰਗ ਹੀ ਕਹੋਗੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਨੋ ਡਾਊਟ ਕਿ ਬਹੁਤ ਬੜੀ ਬਲੈਸਿੰਗ ਹੈ, ਕਿਉਂਕਿ ਇੱਕ ਤੇ ਜਿਹੜੇ ਲੋਕ ਰਾਸ਼ੀ ਨੇ ਜੀ ਮੁਗਲਾਂ ਦੇ ਬੜਾ ਨਜ਼ਦੀਕ ਤਰੀਨ ਨੇ, ਔਰ ਉਹਦੇ ਨਾਲ ਇੱਕ ਟਾਈਮ ਕੰਜ਼ੰਪਸ਼ਨ ਵੀ ਉਹ ਘੱਟ ਜਾਏਗੀ, ਦੂਸਰਾ ਇੱਕ ਸਟੈਂਡਰਡ ਐਜੂਕੇਸ਼ਨ ਮਿਲੇਗੀ, ਔਰ ਦੋਨੋਂ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਦੌਰ 'ਚ ਬੜੀ ਜ਼ਰੂਰੀ। ਅੱਛਾ, ਤੁਸੀਂ ਐਜੂਕੇਸ਼ਨ ਦੀ ਜਿਹੜੀ ਹੈ ਨਾ ਉਹ ਬਿਹਤਰੀ ਵਾਸਤੇ ਤੁਹਾਡੇ ਦੇ ਵਿੱਚ ਕੀ ਕੋਈ ਇੱਕ ਦੋ ਸਾਨੂੰ ਟਿਪਸ ਦਿਓ, ਅਸੀਂ ਜਿਹੜਾ ਨਾ ਉਹਨਾਂ 'ਤੇ ਅਮਲ ਕਰੀਏ। ਤੁਸੀਂ ਵੀ ਇੱਕ ਜ਼ਾਹਰ ਸੋਸ਼ਲੀ ਬੜੇ ਐਕਟਿਵ ਹੋ, ਕੋਈ ਅਦਾਰੇ ਵਾਸਤੇ ਤੁਸੀਂ ਕੋਈ ਜਿਹੜਾ ਨਾ ਕੋਈ पैगाम को देना चाहो, कोई राय देना चाहो? देखें, मसला ये है कि आपका अदारा अच्छा काम कर रहे हैं। सबसे बड़ा जो है कि जो अदारा स्टैंडर्ड एजुकेशन एक जिसका एक बड़ा वेल इस्टेब्लिश अपना बेसमेंट है, जिसकी अच्छी बेस हो, अच्छी एजुकेशन दे रहा हो और अच्छे जो प्रोफेसर हैं, जो टीचर्स हैं, उसके पास हों, तो ये आज के दौर में एक बहुत बड़ी ब्लेसिंग है। और इसकी इम्प्रूवमेंट के लिए ये बहुत ज़रूरी है कि चेक एंड बैलेंस का होना चाहिए, और सादर साहब इसके लिए किरदार अदा कर रहे हैं। इंशाल्लाह ये तरक्की करेगा इंशाल्लाह मज़ीद। बहुत शुक्रिया, थैंक यू सो मच। ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਨਾ ਉਸਤਾਦ ਦੇ ਬਾਰੇ ਕਿਹਾ ਜਾਂਦਾ ਕਿ ਅਗਰ ਉਸਤਾਦ ਨੂੰ ਤੁਸੀਂ ਚੈੱਕ ਕਰਨਾ ਹੈ ਕਿ ਉਹ ਕਿੱਡਾ ਅੱਛਾ ਟੀਚਰ ਹੈ, ਤਾਂ ਉਹਦੇ ਸਟੂਡੈਂਟਸ ਨੂੰ ਵੇਖੋ ਕਿ ਉਹ ਕਿੱਥੇ ਨੇ। ਇਸ ਅਦਾਰੇ ਦੇ ਜਿਹੜੇ ਪ੍ਰਿੰਸੀਪਲ ਨੇ ਔਰ ਓਰੀਜਨਲ ਡਾਇਰੈਕਟਰ ਨੇ ਇਸ ਗਰੁੱਪ ਆਫ ਕਾਲਜ ਦੇ, ਸਾਬਰ ਹੁਸੈਨ ਸਾਹਿਬ, ਉਹਨਾਂ ਦੇ ਉਸਤਾਦ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰ ਰਹੇ ਜੀ। ਸਾਹਮਣੇ ਅਲੈਕੁਮ ਸਰ। ਸਰ, ਇੱਕ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਜਿਹੜਾ ਨਾ ਮੈਂ ਵੀ ਟੀਚਰ ਹਾਂ, ਅਤੇ ਅਸੀਂ ਜਦੋਂ ਆਪਣੇ ਕਿਸੇ ਸਟੂਡੈਂਟ ਨੂੰ ਵੇਖਦੇ ਹਾਂ ਅੱਛੀ ਪੋਸਟ 'ਤੇ ਔਰ ਡਿਲੀਵਰ ਕਰਦੇ ਹਾਂ सोसाइटी 'ਚ, ਤੇ ਕੀ ਜਜ਼ਬਾਤ ਹੁੰਦੇ ਨੇ? देखें जी, ये टीचर जो होता है जस्ट लाइक बाप होता है, और ये दो, मैं अक्सर ये बात करता हूँ, ये दो शख्सियात ऐसी हैं कि सारे मुआशरे में बाकी लोग जो होते हैं, जो तरक्की कर रहा होता है, उसकी टांगें खींचते हैं।
और ये दो ऐसी शख्सियात हैं, एक फादर, एक बाप और एक टीचर। ये दोनों चाहते हैं कि हमारा स्टूडेंट, हमारा बेटा तरक्की करे। और मुझे बेइंतहा खुशी है कि साबर साहब को मैं जब देखता हूँ तो वो बड़े मुतहरक, बड़े माशाल्लाह खुश अखलाक और पूरे शहर में एक इन्होंने एक अच्छे तलीमी इदारे को इंट्रोड्यूस करवाया है जो कि लोकेशन वाइज बेहतरीन है, जिसकी एटमॉस्फियर भी बेहतरीन है, जिसकी फैकल्टी भी बेहतरीन है। और मेरी दुआ है कि ये अदारा फले फूले तरक्की करे और ये लोगों के लिए बेहतरीन, मैं समझता हूँ कि इंशाअल्लाह ताला अच्छे स्टूडेंट्स निकालेगा, क्योंकि इनका एक्सपीरियंस कोई आज का एक्सपीरियंस नहीं है, ये पिछले 15-20 साल से ये एजुकेशनिस्ट हैं। तो मैं समझता हूँ कि ये इंशाअल्लाह ताला बड़े अच्छे रिजल्ट प्रोड्यूस करेंगे और शहर में इनके जो स्टूडेंट्स निकलेंगे वो नाम पैदा करेंगे इंशाअल्लाह ताला। अच्छा सर, ज़ाहिर है आप से लोग पूछने के लिए आते हैं जब मैट्रिकुलेशन के एग्ज़ाम्स ख़त्म होते हैं या इंटरमीडिएट के एग्ज़ाम ख़त्म होते हैं, और मुझसे भी जो पूछने आते हैं, तो कोई ऐसा प्लान आपके जहन में है कि हम कोई ऐसा वहाँ पर सिलसिला करें कि जिन लोगों को काउंसलिंग की ज़रूरत है उनको हम जब वो काउंसलिंग दें कि इज्तिमाई इस तरह से कुछ हम एक्टिविटी कर लें कि जी मकबूल के जितने लोग हैं, जो बच्चे अभी जो है ना वो अभी जो ब्रीड आई है उनको हम जो है ना वो गाइड करें कि ये सब्जेक्ट रखें, ये सब्जेक्ट, इस तरह का प्लान आप के जहन में है? देखें जी, वैसे तो एजुकेशन कौमें तरक्की करती हैं, तालीम से तरक्की करती हैं। जिन अक़वाम ने भी तरक्की की है उन्होंने इल्म हासिल किया है, और इल्म जो है वैसे तो आजकल जो है टेक्निकल जो है ना दौर है, टेक्नोलॉजी जो है उसका दौर है। तो तालीम तो किसी भी कैडर की जो तालीम होती है उसकी अफादियत है। तो मैं समझता हूँ कि ये साइंस की तालीम भी दे रहे हैं, ये आर्ट की तालीम भी दे रहे हैं, और ये फ़नी तालीम जो है, टेक्निकल एजुकेशन जो है, अगर ये अभी तक नहीं इन्होंने कोई शुरू की तो मैं कहता हूँ कि वो भी कोई ना कोई इधर कोई शुरू करें। सर बहुत शुक्रिया। नाज़रीन, ਅੱਜ ਸਾਬਰ ਸਾਹਿਬ ਬੜੇ ਲੱਕੀ ਨੇ ਕਿ ਅੱਜ ਜਿਹੜਾ ਨਾ ਉਹਨਾਂ ਦੇ ਉਸਤਾਦ ਜਿਹੜੇ ਨੇ, ਇੱਕ ਹਾਲੇ ਉਹਨਾਂ ਨਾਲ ਗੱਲ ਹੋਈ ਹੈ ਸਹੀ ਸਾਹਿਬ ਨਾਲ, ਉਹਨਾਂ ਦੇ ਦੂਸਰੇ ਉਸਤਾਦ ਵੀ ਸਾਡੇ ਨਾਲ ਨੇ ਭੱਟੀ ਸਾਹਿਬ, ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਜੀ। ਤੁਹਾਡੇ ਜਿਹੜਾ ਨਾ ਸ਼ਾਗਿਰਦ ਜਿਹੜੇ ਨੇ ਉਹ ਆਪਣਾ ਇੱਕ ਅੱਛੀ ਗੁੱਡਵਿਲ ਪੈਦਾ ਕਰ ਰਹੇ ਨੇ, ਔਰ ਉਹਨੇ ਇੱਕ ਬੜਾ ਅੱਛਾ ਅਦਾਰਾ ਇਸ ਗਰੁੱਪ ਆਫ ਕਾਲਜ ਦੇ ਨਾਲ ਸਟੈਬਲ ਕੀਤਾ। ਕੀ ਕਹਿਣਾ ਚਾਹੋਗੇ? ਸਾਬਰ ਸਾਹਿਬ ਮਾਸ਼ਾਅੱਲਾ ਇੱਕ ਬੜੇ, ਜਦੋਂ ਤਾਲਬ ਇਲਮ ਸਨ ਉਦੋਂ ਬੜੇ ਹੋਣਹਾਰ ਤਾਲਬ ਇਲਮ ਸਨ, ਤੇ ਮੇਰੀ ਦੁਆ ਹੈ ਕਿ ਪਹਿਲੇ ਨਾਲੋਂ ਜ਼ਿਆਦਾ ਵਧਣ ਫੁੱਲਣ ਤੇ ਜ਼ਿਆਦਾ ਤਰੱਕੀ ਕਰਨ। ਅੱਛਾ ਸਰ, ਇਹ ਦੱਸੋ ਕਿ ਜਿਹੜਾ ਇੱਕ ਅੱਜ ਐਕਟੀਵਿਟੀ ਹੋਈ ਹੈ, MOU ਸਾਈਨ ਹੋਇਆ ਹੈ, ਤੁਸੀਂ ਵੀ ਜੀ ਮਗੂਲੇ ਦੇ ਰੈਸ਼ੀ ਹੋ, ਇਸ ਹਵਾਲੇ ਨਾਲ ਤੁਹਾਡੇ ਕੀ ਤਾਸਰਾਤ? ਸਰ ਮੈਂ ਸਮਝਦਾ ਇਹ ਇੱਕ MOU ਨਹੀਂ, ਇੱਕ ਨੋਬਲ ਕਾਜ਼ ਦੇ ਸਾਈਨ ਹੋਏ ਕਿ ਇਹਨਾਂ ਨੇ ਤਾਲੀਮ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ, ਅੱਗੇ ਵਧਾਉਣ ਵਾਸਤੇ ਬੜੇ ਅੱਛੇ ਇੱਕ ਜਿਹੜਾ ਨਾ ਮਕਸਦ ਦੇ ਉੱਤੇ ਸਾਈਨ ਕੀਤੇ ਨੇ, ਤੇ ਇਹਦੇ ਨਾਲ ਸਾਡੇ ਜੀ ਮਗਨੋਲੀਆ ਦੇ ਲੋਕ ਜਿਹੜੇ ਨੇ ਉਹ ਮੁਸਤਫੀਦ ਹੋਣਗੇ। ਜ਼ਿਆਦਾ ਤੋਂ ਜ਼ਿਆਦਾ ਅਸੀਂ ਖੁਦ ਲੋਕਾਂ ਨੂੰ ਮਸ਼ਵਰਾ ਦੇਵਾਂਗੇ ਕਿ ਇੱਥੋਂ ਤਾਲੀਮ ਹਾਸਿਲ ਕਰੋ। ਇੱਥੇ ਇਹਨਾਂ ਨੇ ਫੀਸ 50% ਕਰ ਦਿੱਤੀ ਹੈ ਸਾਡੇ ਵਾਸਤੇ। ਦੂਸਰਾ ਅਪਰੋਚ ਬੜੀ ਈਜ਼ੀ ਹੈ, ਹਾਂਜੀ, ਈਜ਼ੀ ਅਪਰੋਚ ਹੋਣ ਦੀ ਵਜ੍ਹਾ ਤੋਂ ਬੜੇ ਵਾਲਿदैन ਇਸ ਗੱਲ ਨੂੰ ਤਰਜੀਹ ਦੇਣਗੇ ਕਿ ਇਹਨਾਂ ਦੇ ਕੋਲ ਇਹਨੂੰ ਦਾਖਲ ਕਰਵਾਇਆ ਜਾਏ, ਔਰ ਇਹ ਬੜੀ ਅੱਛੀ ਗੱਲ ਹੈ ਸਾਡੇ ਵਾਸਤੇ। ਬਹੁਤ ਸ਼ੁਕਰੀਆ। ਨਾਜ਼ਰੀਨ, ਅੱਜ ਇਸ ਗਰੁੱਪ ਆਫ ਕਾਲਜਸ ਗੁਜਰਾਂਵਾਲਾ ਔਰ ਜੀ ਮਗਨੋਲੀਆ ਹਾਊਸਿੰਗ ਸੁਸਾਇਟੀ ਦੇ ਦਰਮਿਆਨ ਇੱਕ MOU ਸਾਈਨ ਹੋਇਆ ਹੈ, ਜਿਹਦੇ ਤਹਿਤ ਜੀ ਮਗਨੋਲੀਆ ਤੋਂ ਜਿੰਨੇ ਵੀ ਸਟੂਡੈਂਟ ਇਸ ਕਾਲਜ ਵਿੱਚ ਦਾਖਲ ਹੋਣਗੇ ਉਹਨਾਂ ਨੂੰ 50% ਰਾਇਤ ਦਿੱਤੀ ਜਾਏਗੀ। ਲੇਕਿਨ ਉਹਦਾ ਤਰੀਕਾਕਾਰ ਹੋਏਗਾ ਕਿ ਉਹਦੀ ਰეკਮੈਂਡੇਸ਼ਨ ਜਿਹੜੀ ਹੈ ਉਹ ਸੁਸਾਇਟੀ ਦੇ ਜਿਹੜੇ JAC ਜਿਹੜੀ ਹੈ ਉਹਦੇ ਸਦਰ ਸਾਹਿਬ, ਜਿਹੜੇ ਜਨਰਲ ਸੈਕਟਰੀ ਸਾਹਿਬ ਇਹ ਪੂਰੀ ਕਾਬੀਨਾ ਦੇਵੇਗੀ ਤੇ ਫਿਰ ਹੋਏਗਾ। ਉਸ ਤਕਰੀਬ ਹੋਈ ਹੈ ਤੇ ਉਹਦਾ ਵੀ ਅਖਬਾਰ ਤੁਹਾਨੂੰ ਅਸੀਂ ਵਹਾਵਾਂਗੇ। ਤੇ ਸਾਡੇ ਨਾਲ ਇਸ ਵੇਲੇ JAC ਦੇ ਪ੍ਰੈਜ਼ੀਡੈਂਟ ਜਨਾਬ ਸਲਹਿਰੀਆ ਸਾਹਿਬ ਮੌਜੂਦ, ਉਹਨਾਂ ਨਾਲ ਗੱਲ ਕਰ ਰਹੇ ਹਾਂ। ਅਸਲਾਮ ਵਾਲੇਕੁਮ। ਹਾਂਜੀ ਸਲਹਿਰੀਆ ਸਾਹਿਬ, ਇਹ ਦੱਸੋ ਕਿ ਜਿਹੜਾ ਨਾ ਤੁਸੀਂ ਵੀ ਐਜੂਕੇਸ਼ਨ ਨਾਲ ਰਿਲੇਟਿਡ ਹੋ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਬਾਰੇ ਤੁਹਾਡਾ ਕੀ ਨੁਕਤਾ ਨਜ਼ਰ ਹੈ ਕਿ ਜਿਹੜੇ ਨਾ ਅੱਜ ਜਿਹੜਾ MOU ਸਾਈਨ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਹਾਂ ਕਿ ਇੱਕ ਬਹੁਤ ਬੜੀ ਇਬਾਦਤ ਹੈ ਜਿਹੜਾ ਅੱਜ ਇਸ ਕਾਲਜ ਨੇ ਇਹਨਾਂ ਬੱਚਿਆਂ ਵਾਸਤੇ ਕੀਤੀ ਹੈ। ਦੇਖੋ, ਤਾਲੀਮ ਹਾਸਲ ਕਰਨ ਵਾਸਤੇ ਬੇਸ਼ੁਮਾਰ ਐਸੇ ਬੱਚੇ ਨੇ ਜਿਨ੍ਹਾਂ ਦੇ ਘਰ 'ਤੇ ਕਈ ਮਸਾਇਲ ਹੋਣਗੇ, ਮਾਮਲਤ ਹੋਣਗੇ, ਉਹ ਪ੍ਰਾਈਵੇਟ ਸੈਕਟਰ ਜਾਣਾ ਨਹੀਂ ਚਾਹਦੇ। ਉਹਨੂੰ ਬੜੀ ਖਾਸ਼ ਹੁੰਦੀ ਹੈ ਸਾਨੂੰ ਅੱਛਾ ਐਟਮੋਸਫੇਅਰ ਮਿਲੇ, ਸਾਨੂੰ ਅੱਛੀ ਤਾਲੀਮ ਮਿਲੇ, ਲੇਕਿਨ ਉਹ ਮਜਬੂਰਨ ਜਾਂਦੇ ਨੇ ਗੌਰਮੈਂਟ ਦੇ ਅਦਾਰੇ 'ਚ ਕਿ ਉਹਨਾਂ ਕੋਲ ਫੀਸ ਨਹੀਂ ਹੁੰਦੀ। ਅੱਜ ਮਾਸ਼ਾਅੱਲਾ ਸਾਬਰ ਸਾਹਿਬ ਨੇ ਜਿਹੜਾ ਇੱਕ ਬਹੁਤ ਬੜਾ ਸਟੈਪ ਲਿਆ ਹੈ,
ਉਹਨਾਂ ਨੇ ਕਿਹਾ ਕਿ ਜੀ ਮਨੋਲੀਆ ਦੇ ਉਹ तमाम ਡਿਜ਼ਰਵਿੰਗ ਬੱਚੇ ਜਿਹੜੇ ਤਾਲੀਮ ਹਾਸਲ ਕਰਨਾ ਚਾਹੁੰਦੇ ਨੇ ਔਰ ਅਸੀਂ ਉਹਨਾਂ ਨੂੰ ਇਨਸ਼ਾਅੱਲਾ 50% ਡਿਸਕਾਊਂਟ ਦਿਆਂਗੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹਨੂੰ ਤੁਸੀਂ ਰਿਕਮੈਂਡ ਕਰੋਗੇ, ਮਹਿਸੂਸ ਕਰੋਗੇ ਬੱਚਾ ਬਾਕੀ ਇਸ ਚੀਜ਼ ਦਾ ਟੈਲੈਂਟਡ ਬੱਚੇ ਵੀ ਰਿਕਮੈਂਡ ਕਰੋਗੇ, ਉਹਨਾਂ ਨੂੰ ਵੀ ਕਰਾਂਗੇ। ਔਰ ਮੈਂ ਸਮਝਦਾ ਹਾਂ ਕਿ ਬਹੁਤ ਬੜੀ ਬਾਤ ਹੈ। ਦੇਖੋ ਜੀ, ਇੱਕ ਪ੍ਰੋਫੈਸ਼ਨਲ ਅਦਾਰਾ, ਇੱਕ ਕਾਰੋਬਾਰੀ ਅਦਾਰਾ ਹੋਵੇ, ਇੱਕ ਦਾ ਮਕਸਦ ਸਿਰਫ ਇਹ ਹੋਵੇ ਕਿ ਕਮਾਉਣਾ ਹੈ, ਲੇਕਿਨ ਕਮਾਈ ਵਿੱਚੋਂ 50% ਛੱਡਣਾ ਬੜੀ ਬਾਤ ਹੈ। ਅੱਜ ਤੱਕ ਕੋਈ 2 ਰੁਪਏ ਨਹੀਂ ਛੱਡਦਾ। ਅੱਛਾ, ਸਾਨੂੰ ਇਹ ਦੱਸੋ ਤੁਸੀਂ ਸੈਰੀਆ ਸਾਹਿਬ ਕਿ ਜਿਹੜਾ ਨਾ ਪ੍ਰਾਈਵੇਟ ਸੈਕਟਰ ਜਿਹੜਾ ਹੈ, ਇਹ ਵੇਖੋ ਤੁਸੀਂ ਪਸੰਦ ਇਸ ਕਾਲਜ ਜਿਹੜਾ ਨਾ ਇਹ AC ਵੀ ਦੇ ਰਿਹਾ ਹੈ, ਇਹ ਜਿਹੜਾ ਨਾ PhD ਔਰ MPhil ਟੀਚਰ ਵੀ ਜਿਹੜਾ ਨਾ ਉਹ ਦੇ ਰਿਹਾ ਹੈ। ਇਸ ਅਦਾਰੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਪ੍ਰਾਈਵੇਟ ਸੈਕਟਰ ਨੇ ਬਹੁਤ ਬੜਾ ਬੋਝ ਉਠਾਇਆ ਹੈ ਗਵਰਨਮੈਂਟ ਦਾ। ਸਾਡੇ ਮੁਲਕ 'ਚ ਇਸ ਕਦਰ ਬੱਚੇ ਤਾਲੀਮ ਪੜ੍ਹਨਾ ਚਾਹੁੰਦੇ ਨੇ, ਲੇਕਿਨ ਗਵਰਨਮੈਂਟ ਅਦਾਰੇ ਉਹ ਬੋਝ ਬਰਦਾਸ਼ਤ ਨਹੀਂ ਕਰ ਰਹੇ। ਉਹਨਾਂ ਕੋਲ ਉਹ ਸਟੈਂਡਰਡ ਦੀ ਲੈਬੋਰਟਰੀਜ਼ ਨਹੀਂ, ਜਾਂ ਉਹਨਾਂ ਕੋਲ ਉਹ ਐਟਮੋਸਫੇਅਰ ਨਹੀਂ, ਉਹ ਬਿਲਡਿੰਗਾਂ ਨਹੀਂ। ਅਗਰ ਜੇ ਇਹਨਾਂ ਕੋਲ ਬਿਲਡਿੰਗਾਂ ਜਿਹੜੀ ਕਿਰਾਏ ਦੇ ਨੇ ਮੋਸਟਲੀ, ਲੇਕਿਨ ਗੱਲ ਹੈ ਕਿ ਬਹੁਤ ਕਿਰਾਇਆ ਪੇ ਕਰਦੇ ਨੇ। ਅਤੇ ਮੈਂ ਸਮਝਦਾ ਵਾਂ ਕਿ ਜਿਹੜੇ ਪ੍ਰਾਈਵੇਟ ਅਦਾਰਿਆਂ ਦੇ ਸੈਕਟਰ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਬੜਾ ਅਸਾਸਾ ਵੀ ਨੇ, ਸਰਮਾਇਆ ਹੈ। ਅੱਛਾ, ਇਸ ਗਰੁੱਪ ਦੇ ਨਾਲ ਤੁਸੀਂ ਜ਼ਾਹਰ ਇੱਕ ਐਜੂਕੇਸ਼ਨਿਸਟ ਹੋ ਔਰ ਸਾਬਰ ਸਾਹਿਬ ਨਾਲ ਤੁਹਾਡੀ ਜਿਹੜੀ ਇਹਦੇ ਪ੍ਰਿੰਸੀਪਲ ਨੇ ਔਰ ਰੀਜਨਲ ਡਾਇਰੈਕਟਰ ਵੀ ਨੇ ਇਸ ਗਰੁੱਪ ਆਫ ਕਾਲਜਸ ਦੇ, ਇਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਹੈ, ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਵਾਂ ਕਿ ਛੋਟੀ ਜਿਹੀ ਉਮਰ ਹੈ ਤੇ ਕੰਮ ਬੜੇ ਬੜੇ ਨੇ। है ना, छोटा सा बच्चा हूँ पर काम करूँगा बड़े बड़े, उम्र है नहीं कुछ ज़्यादा नहीं। तो मैं हैरान हाँ, काम है ना बड़े सिड़े ने, हर काम सिड़े है, सियासी, समाजी, अदबी, सकाफती, हर मैदान से अपने आप में उछल उछल का काम कर रहे हैं। बड़ी गल है वैसे। अल्लाह करे, अल्लाह खैर करे, अल्लाह इन्हूं हसद तो बचाए, अल्लाह भुगस तो बचाए, अल्लाह लोगों के किसी अपना शर तो बचाए। मेरी दुआ है अल्लाह ताला इन्हूं कामयाब करे, कामरान करे और गुजरा वाला वास्ते एक बहुत बड़ी नेमत है। अल्लाह ताला लंबी उम्र अता फरमाए। ਅੱਛਾ, ਸਾਨੂੰ ਤੁਸੀਂ ਨਾ ਹੁਣ ਇਸ ਮੌਕੇ ਤੇ ਤੁਸੀਂ ਜੀ ਮਗਰੋਂ ਦੇ ਰਿਹਾਇਸ਼ੀਆਂ ਨੂੰ ਇਸ ਗਰੁੱਪ ਦੇ ਹਵਾਲੇ ਨਾਲ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? मैं समझना सब तो करीब तरीन अदारा है जी मंगरोलिया तो करीब तरीन अदारा भी। और वो बच्चियाँ बच्चे जड़े दूर दराज कन्वेंस की प्रॉब्लम नहीं जाते, या अगर वो किसी मैं अदारा ना नहीं लवांगा, दूर दराज अदारे जाते हैं तो कम से कम 8-10 हज़ार रुपया हर महीने वो ट्रांसपोर्ट होते हैं। तो वो कम 8-10 हज़ार तो बच गया, अपना मजीद बच गया, डिस्काउंट भी हो गया, तालीम भी अच्छी, तालीम भी अच्छी। और मैं विजिट किया देखे ने इन्होंने को बहुत अच्छी फैकल्टी, माशाल्लाह फैकल्टी बहुत अच्छी है। PhD ने, MPhil लोग ने, और उस तो बाद इन्होंने रिटायर्ड कोई एक तो प्रोफैसर रात में रखे ने जिन्हों की बड़ी रिप्यूट है। और बड़ी गल है कि इन्होंने अच्छी फैकल्टी है। और 2 चीज़ें होंगी ने, अच्छा माहौल, अच्छी फैकल्टी और डिस्काउंट, ये 3 चीज़ां मेरियां ने। होर की चाहिए? ਬਹੁਤ ਸ਼ੁਕਰੀਆ ਸਰ। ਕਿ ਜੀ ਮੰਗਰੋਲੀਆ ਹਾਊਸਿੰਗ ਸੁਸਾਇਟੀ ਗੁਜਰਾਵਾਲਾ ਦੀ ਜਿਹੜੀ ਇੱਕ ਕਬੀਨਾ ਹੈ, ਉਹ ਜਿਹੜੀ ਉਹਨਾਂ ਨੂੰ ਉਹਦਾ ਮਾਮਲਾ ਚਲਾਉਂਦੀ ਹੈ, JEC ਇੱਕ ਕਮੇਟੀ ਜਿਹੜੀ ਹੈ, ਉਹਦੇ ਪ੍ਰੈਜ਼ੀਡੈਂਟ ਜਨਾਬ ਜ਼ਾਲ ਮੁਸਾ ਸੈਰੀਆ ਸਾਹਿਬ ਔਰ ਉਹਦੇ ਜਿਹੜੇ ਜਨਰਲ ਸੈਕਟਰੀ ਨੇ MD ਆਬਸ ਸਾਹਿਬ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇੱਕ MOU ਸਾਈਨ ਹੋਇਆ ਹੈ ਐਜੂਕੇਸ਼ਨ ਦੇ ਹਵਾਲੇ ਦੇ ਨਾਲ। ਤੇ ਸਾਡੇ ਨਾਲ ਇਸ ਵੇਲੇ ਨੇ ਸਾਬਰ ਹੁਸੈਨ ਸਾਹਿਬ ਜਿਹੜੇ ਇਸ ਗਰੁੱਪ ਆਫ ਕਾਲਜਸ ਗੁਜਰਾਵਾਲਾ ਜਿਹੜਾ ਕੈਂਪਸ ਹੈ ਉਹਦੇ ਪ੍ਰਿੰਸੀਪਲ ਨੇ ਔਰ ਰੀਜਨਲ ਡਾਇਰੈਕਟਰ ਨੇ ਇਸ ਗਰੁੱਪ ਆਫ ਕਾਲਜਸ ਦੇ। ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ। ਅਸਲਾਮ ਵਾਲੇਕਮ ਸਰ। ਵਾਲੇਕੁਮ ਸਲਾਮ ਜੀ। ਸਰ, ਤੁਸੀਂ ਸਾਨੂੰ ਇਹ ਦੱਸੋ ਕਿ ਆਮ ਤੌਰ ਤੇ ਪ੍ਰਾਈਵੇਟ ਕਾਲਜਸ ਜਿਹੜੇ ਨੇ ਉਹ ਸਿਰਫ ਨਾ ਆਪਣਾ ਮੁਨਾਫਾ ਵੇਂਦੇ ਨੇ ਜਾਂ ਆਪਣਾ ਫਾਇਦਾ ਵੇਂਦੇ ਨੇ। ਤੁਸੀਂ ਇਸ ਇੱਕ ਜਿਹੜਾ ਨਾ ਪ੍ਰਾਈਵੇਟ ਅਦਾਰੇ ਦੇ ਪ੍ਰਿੰਸੀਪਲ ਹੁੰਦਿਆਂ ਆ ਤੁਸੀਂ ਇੱਕ ਹਾਊਸਿੰਗ ਸੁਸਾਇਟੀ ਨੂੰ ਐਡੀ ਵੱਡੀ ਆਫਰ ਕੀਤੀ, 50% ਤੁਸੀਂ ਫੀਸ ਜਿਹੜੀ ਨਾ ਉਹ ਵੇਵ ਕੀਤੀ ਹੈ, ਇਹਦੇ ਪਿੱਛੇ ਤੁਹਾਡਾ ਕੀ ਜਜ਼ਬਾ ਕਾਰ ਫਰਮਾਏ? ਤਾਂ ਕਿ ਲੋਕਾਂ ਦੇ ਅੰਦਰ ਤਾਲੀਮ ਦਾ ਰੁਝਾਨ ਜਿਹੜਾ ਵੀ ਉਹ ਆਮ ਹੋਵੇ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਤੁਹਾਡਾ ਇਹਦਾ ਮੈਕੈਨਿਜ਼ਮ ਕੀ ਹੋਏਗਾ ਕਿ ਇੱਕ ਸਟੂਡੈਂਟ ਹੈ ਉਹ ਕਿਵੇਂ ਉਹ ਸੁਸਾਇਟੀ ਦੇ ਲੈਟਰ ਪੈਡ ਤੋਂ ਲੈ ਕੇ ਆਏਗਾ, ਜਾਂ ਇਹਦਾ ਮੈਕੈਨਿਜ਼ਮ ਕੀ ਤੁਸੀਂ ਬਣਾਓਗੇ? ਬਿਲਕੁਲ ਜੀ, ਇਹ ਪ੍ਰੋਪਰ ਇੱਕ ਇਹਦਾ ਸ਼ੈਡਿਊਲ ਹੋਏਗਾ, ਪ੍ਰੋਪਰ ਇੱਕ ਮੈਕੈਨਿਜ਼ਮ ਹੋਏਗਾ। ਉਸ ਦੇ ਅੰਦਰ ਅਸੀਂ ਜਿਹੜੀ JAC ਹੈ, ਜੁਆਇੰਟ ਐਕਸ਼ਨ ਕਮੇਟੀ, ਉਹਦੇ ਨਾਲ ਅਸੀਂ ਮਿਲ ਜੁਲ ਕੇ ਇਹ ਅਮਲ ਕਰਾਂਗੇ ਔਰ ਉਹਨਾਂ ਦੇ ਲੈਟਰ ਪੈਡ ਦੇ ਉੱਪਰ ਬੱਚਾ ਲਿਖਵਾ ਕੇ ਲਿਆਏਗਾ। ਕਿਉਂਕਿ ਸਾਡੇ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਡਿਜ਼ਰਵਿੰਗ ਕੇਸ ਜਿਹੜਾ ਵੇ ਉਹਨੂੰ ਅਸੀਂ ਬਿਲਕੁਲ ਅੱਛੇ ਤਰੀਕੇ ਨਾਲ ਪਰਖੀਏ, ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹ ਸੁਸਾਇਟੀ ਕਿਸ ਸੁਸਾਇਟੀ 'ਚ ਰਹਿ ਰਿਹਾ ਵੇ, ਕਿਸ ਤਰ੍ਹਾਂ ਦੇ ਉਹਦੇ ਮਾਲੀ ਹਾਲਾਤ ਨੇ। ਲਿਹਾਜ਼ਾ ਜਿਸ ਸੁਸਾਇਟੀ 'ਚ ਰਹਿੰਦਾ ਹੋਏਗਾ ਅਸੀਂ ਚਾਹਾਂਗੇ ਕਿ ਉਸ ਸੁਸਾਇਟੀ ਦੀ ਜਿਹੜੀ JAC ਹੈ ਉਹ ਸਾਨੂੰ ਡਾਇਰੈਕਟ ਰੈਫਰ ਕਰੇ, ਕਿਉਂਕਿ ਉਹ ਉਹਨੂੰ ਬਰਾਹ ਰਾਸਤ ਜਾਣਦੀ ਹੋਏਗੀ ਔਰ ਡਿਜ਼ਰਵਿੰਗ ਕੇਸ ਜਿਹੜਾ ਵੇ ਉਹ ਹੀ ਸਿਰਫ ਸਾਡੇ ਕੋਲ ਅਪਲਾਈਜ ਹੋਵੇਗਾ। ਅੱਛਾ ਸਰ, ਤੁਸੀਂ ਇੱਕ ਤੇ ਸਵੇਰ ਦੇ ਟਾਈਮ ਕਾਲਜ ਵੇ ਤੇ ਸੈਕੰਡ ਟਾਈਮ ਯੂਨੀਵਰਸਿਟੀ ਦੀ ਕਲਾਸਿਸ ਹੁੰਦੀਆਂ ਨੇ, ਤੁਸੀਂ
ਤੁਸੀਂ ਸਵੇਰ ਦੇ ਟਾਈਮ ਕਿਹੜੇ ਕੋਰਸ ਆਫਰ ਕਰ ਰਹੇ ਹੋ ਔਰ ਸੈਕੰਡ ਟਾਈਮ ਕਿਹੜੇ ਕੋਰਸ ਆਫਰ ਕਰ ਰਹੇ ਹੋ? ਜੀ ਅਲਹਮਦੁਲਿਲਾ ਅਸੀਂ ਸਵੇਰ ਦੇ ਟਾਈਮ FSC ਮੈਡੀਕਲ, FSC ਇੰਜੀਨੀਅਰਿੰਗ ਔਰ ICS ਫਿਜ਼ਿਕਸ, ICS ਸਟੈਟ, FAIT, ICOM ਜਿਹੜੇ ਕਿ ਇੰਟਰਮੀਡੀਏਟ ਲੈਵਲ ਦੇ ਨੇ। ਇਸ ਦੇ ਨਾਲ ਅਸੀਂ ਸੈਕੰਡ ਟਾਈਮ ਜਿਹੜਾ ਵੇ ਸ਼ਾਮ ਦੀ ਕਲਾਸਿਸ ਸਾਡੇ ਕੋਲ ਮੌਜੂਦ ਨੇ, ਜਿਹਦੇ ਅੰਦਰ ਸਾਡੀ ਡਿਗਰੀ ਕਲਾਸਿਸ ਨੇ, ਯੂਨੀਵਰਸਿਟੀ ਕਲਾਸਿਸ ਨੇ। ਇਸ ਦੇ ਅੰਦਰ ਅਸੀਂ ਕਰੀਦਾ 4 ਸਾਲਾ ਡਿਗਰੀ ਪ੍ਰੋਗਰਾਮ ਨੇ, BS ਜ਼ੂਵਾਲੋਜੀ, BS ਇੰਗਲਿਸ਼, BS ਮੈਥਮੈਟਿਕਸ ਔਰ BS IT। ਇਸ ਦੇ ਨਾਲ ਸਾਡੇ ਕੋਲ ADCs ਨੇ ਔਰ ADCA ਔਰ ADSA ਔਰ ADA ਨੇ। ਅੱਛਾ ਸਰ, ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਨਾ ਤੁਹਾਡਾ ਸਟਾਫ ਜਿਹੜਾ ਨਾ ਉਹਦੇ ਵੱਲ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀਆਂ ਫੈਸਿਲਿਟੀਜ਼ ਮਾਸ਼ਾਅੱਲਾ ਜਿਹੜੇ ਨੇ ਤੁਹਾਡੇ ਮੈਂ ਵੇਖਿਆ AC ਵਾਲੇ ਕਮਰੇ ਨੇ ਔਰ ਕੁਸ਼ਾਦਾ ਕਮਰੇ ਨੇ, ਸਹੂਲਤਾਂ ਜੋ ਦਿੱਤੀਆਂ ਨੇ, ਸਟਾਫ ਦੇ ਬਾਰੇ ਕੀ ਕਹਿਣਾ ਚਾਹੋਗੇ? ਸਟਾਫ ਦੇ ਮੁਤਲਕ ਮੈਂ ਸਿਰਫ ਇਤਨਾ ਕਹਿਣਾ ਚਾਹਾਂਗਾ ਕਿ ਸਾਡਾ ਜਿਹੜਾ ਬ੍ਰਾਂਡ ਹੈਗਾ ਵੇ ਉਹ ਜਿਹੜਾ ਮੁਕੰਮਲ ਉਹਦੀ ਸਿਲੈਕਸ਼ਨ ਦਾ ਮੈਕੈਨਿਜ਼ਮ ਮੌਜੂਦ ਹੈ। ਸਾਡੇ ਬ੍ਰਾਂਡ ਨੂੰ ਕਲੀਅਰ ਇਨਫੋਰਮੇਸ਼ਨ ਮੌਜੂਦ ਨੇ ਕਿ ਕੋਈ ਵੀ ਅਸੀਂ ਨया ਟੀਚਰ ਰੱਖਣਾ ਵੇ ਉਹਦੀ ਕੁਆਲੀਫਿਕੇਸ਼ਨ ਦੇ ਉੱਪਰ ਕੰਪਰੋਮਾਈਜ਼ ਨਹੀਂ ਕਰਨਾ। ਅਲਹਮਦੁਲਿਲਾ ਸਾਡੇ ਕੋਲ ਜਿਤਨਾ ਵੀ ਸਟਾਫ ਹੈਗਾ ਉਹ MPhil ਹੈ ਔਰ ਕੁਝ ਸ਼ੋਬੇ ਹਨ ਸਾਡੇ ਕੋਲ PhD ਵੀ ਮੌਜੂਦ ਨੇ। ਲਿਹਾਜ਼ਾ ਮੈਰਿਟ ਦੇ ਉੱਪਰ ਸਾਡੀ ਸਿਲੈਕਸ਼ਨ ਹੁੰਦੀ ਹੈ ਤੇ ਅਲਹਮਦੁਲਿਲਾ ਪੂਰੇ ਸ਼ਹਿਰ ਦੇ ਵਿੱਚੋਂ ਅਲਹਮਦੁਲਿਲਾ ਹਮਾਰਾ ਸਟਾਫ ਜਿਹੜਾ ਵੇ ਉਹ ਦੀ ਬੈਸਟ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਖਾਸ ਤੌਰ 'ਤੇ ਮੈਂ ਸਮਝਦਾ ਵਾਂ ਕਿ ਮੇਰੀ ਵੀ ਜੀ ਮਗਰੋਂ ਰਿਹਾਇਸ਼ ਹੈ ਔਰ ਸੈਂਟਰਲ ਹਸਪਤਾਲ GT ਰੋਡ 'ਤੇ ਉਹਦੇ ਬਿਲਕੁਲ ਸਾਹਮਣੇ ਬੜਾ ਹੀ ਕਰੀਬ ਹੈ। ਕਰੀਬ ਦਾ ਜਿਹੜਾ ਇੱਕ ਬੱਚੇ ਨੂੰ ਐਜ ਮਿਲਦਾ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਬਿਲਕੁਲ ਜੀ, ਇਹ ਬਹੁਤ ਬੜਾ ਐਜ ਹੈ ਔਰ ਮੇਰਾ ਖਿਆਲ ਇਹ ਹੈਗਾ ਕਿ ਬੱਚੇ ਨੂੰ ਪਹਿਲੇ ਨੰਬਰ 'ਤੇ ਉਹਦੇ ਟਰਾਂਸਪੋਰਟੇਸ਼ਨ ਦੇ ਜਿਹੜੇ ਐਕਸਪੈਂਸ ਨੇ ਉਹ ਖਤਮ ਹੋ ਜਾਂਦੇ ਨੇ। ਦੂਸਰੇ ਨੰਬਰ 'ਤੇ ਜਿਹੜਾ ਟਾਈਮ ਟੇਕਿੰਗ ਜੌਬ ਹੈ ਉਹ ਖਤਮ ਹੋ ਜਾਂਦੀ ਹੈ। ਬੱਚਾ ਜਲਦ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਂਦਾ ਔਰ ਛੁੱਟੀ ਤੋਂ ਬਾਅਦ ਆਪਣੇ ਘਰ ਚਲਾ ਜਾਂਦਾ, ਕਿਉਂਕਿ ਜਿਹੜੀ ਫਿਜ਼ੀਕਲ ਫਟੀਗ ਹੈਗੀ ਹੈ, ਫਿਜ਼ੀਕਲ ਜਿਹੜੀ ਥਕਾਵਟ ਹੈਗੀ ਹੈ ਉਹ ਇੱਕ ਤਾਲਬ ਇਲਮ ਵਾਸਤੇ ਬੜੀ ਖਤਰਨਾਕ ਚੀਜ਼ ਹੈ। ਲਿਹਾਜ਼ਾ ਸਫ਼ਰ ਦੇ ਦੌਰਾਨ ਜਿਹੜਾ ਉਹਦਾ ਮਾਮਲਾ ਉਹਨਾਂ ਨੂੰ ਜਿਹੜੀ ਮਸਾਇਲ ਦਾ ਸਾਹਮਣਾ ਕਰਨਾ ਪੈਂਦਾ ਵੇ ਤੇ ਚੂੰਕਿ ਨਜ਼ਦੀਕ ਹੋਣ ਦੀ ਖਾਤਰ, ਨਜ਼ਦੀਕ ਹੋਣ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ। ਜਦੋਂ ਬੱਚੇ ਦੀ ਜਿਹੜੀ ਕਾਰਗਰਦਗੀ ਹੈ ਉਹ 'ਚ ਬਹੁਤ ਹੱਦ ਤੱਕ ਇਜ਼ਾਫਾ ਹੋ ਜਾਏਗਾ। ਅੱਛਾ, ਮੈਨੂੰ ਇਹ ਦੱਸੋ ਕਿ ਲਾਸਟ ਟਾਈਮ ਤੁਹਾਡੇ ਗਰਲਸ ਕੈਂਪਸ ਔਰ ਬॉयਜ਼ ਕੈਂਪਸ ਦੇ ਮਾਰਕਸ ਕਿੰਨੇ ਕੁ ਆਏ ਨੇ ਔਰ ਜਿਹੜਾ ਨਾ ਐਸੀ ਕੀ ਉਮੀਦਾਂ ਨੇ ਤੁਹਾਨੂੰ ਰਿਜ਼ਲਟ? ਜੀ ਮਾਸ਼ਾਅੱਲਾ, ਜਿਹੜਾ ਲਾਸਟ ਈਅਰ ਸੀ ਇਹਦੇ 'ਚ तमाम ਕੌਮ ਨੂੰ ਪਤਾ ਹੈ ਕਿ ਕਰੋਨਾ ਦਾ ਸੈਸ਼ਨ ਸੀ, ਲੇਕਿਨ ਇਸ ਦੇ ਬਾਵਜੂਦ ਹਮਾਰੇ ਜਿਹੜੇ ਕਾਲਜ ਦੇ ਵਿੱਚ ਹੋਣਹਾਰ ਸਾਡੀ ਤਾਲਬਾ ਫਰਿਆਲ ਉਸਦੇ 507 ਨੰਬਰ ਆਏ ਨੇ ਔਰ ਇਸੇ ਤਰ੍ਹਾਂ ਅਜ਼ਕਾ ਹਫੀਜ਼ ਉਸਦੇ 504 ਨੰਬਰ ਆਏ ਨੇ। ਬੱਚਿਆਂ ਦੇ ਵਿੱਚੋਂ ਵੀ ਤਕਰੀਬਨ 500 ਦੇ ਕਰੀਬ ਲੋਕਾਂ ਦੇ ਬੱਚਿਆਂ ਦੇ ਨੰਬਰ ਆਏ ਨੇ ਔਰ ਮੈਂ ਇਹ ਸਮਝਦਾ ਵਾਂ ਕਿ ਇਸ ਸਾਲ ਅਲਹਮਦੁਲਿਲਾ ਚੂँकि ਪੂਰਾ ਸੈਸ਼ਨ ਅਸੀਂ ਪੜ੍ਹਾਇਆ ਵੇ, ਇਸ ਦੇ ਦੌਰਾਨ ਕੋਈ ਕਰੋਨਾ ਦਾ ਮਸਾਇਲ ਦਾ ਸਾਹਮਣਾ ਨਹੀਂ ਕਰਨਾ ਪਿਆ ਤਾਲਬ ਇਲਮਾਂ ਨੂੰ। ਇਸ ਸਾਲ ਮਜ਼ੀਦ ਇਸ ਮੇਂ ਜੋ ਨਾ ਬਿਹਤਰੀ ਦੇ ਅਸੀਂ ਚਾਂਸਿਸ ਦੇਖ ਰਹੇ ਹਾਂ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਇੱਕ ਜਿਹੜਾ ਨਾ ਸਪੋਰਟਸ ਦੇ ਹਵਾਲੇ ਦੇ ਨਾਲ ਵੀ ਤੁਸੀਂ ਇੱਕ ਜਿਹੜਾ ਨਾ ਉਹ ਇੱਕ ਰਾਏ ਦਿੱਤੀ ਹੈ ਸਟੂਡੈਂਟਸ ਨੂੰ ਕਿ ਜਿਹੜੇ ਸਪੋਰਟ ਦੇ ਵਿੱਚ ਜਿਹੜੇ ਅੱਛੇ ਖਿਡਾਰੀ ਹੋਣਗੇ ਉਹਨਾਂ ਨੂੰ ਤੁਸੀਂ ਜਿਹੜਾ ਨਾ ਫ੍ਰੀ ਐਜੂਕੇਸ਼ਨ ਦਿਓਗੇ। ਇਹ ਕਿਹੜੀ ਸਪੋਰਟਸ ਦੇ ਵਿੱਚ ਤੁਸੀਂ ਰੱਖੀ ਹੈ? ਬੱਚਿਆਂ ਨੂੰ ਜੀ ਅਸੀਂ ਤਕਰੀਬਨ तमाम ਫੀਲਡ ਦੇ ਵਿੱਚ ਅਸੀਂ ਆਫਰ ਕੀਤੀ ਹੈ, ਲੇਕਿਨ ਚੂँकि ਕੁਝ ਖੇਲਾਂ ਐਸੀਆਂ ਨੇ ਜਿਹੜੀਆਂ ਜ਼ਿਆਦਾ ਲੋਕ ਪਸੰਦ ਕਰਦੇ ਨੇ, ਜਿਸ ਦੇ ਅੰਦਰ ਕ੍ਰਿਕਟ ਹੈ, ਐਥਲੀਟਸ ਨੇ ਔਰ ਬੈਡਮਿੰਟਨ ਹੈ, ਹਾਕੀ ਹੈ, ਫੁੱਟਬਾਲ ਹੈ। ਇਨਸ਼ਾਅੱਲਾ ਅਸੀਂ ਕੋਈ ਇਹ 'ਚ ਪਾਬੰਦੀ ਆਪਣੀ ਤਰਫ ਨਹੀਂ ਲਾਵਾਂਗੇ ਕਿ ਕੋਈ ਬੱਚਾ ਜਿਹੜਾ ਵੇ ਉਹ ਕੁਝ ਵੀ ਗੇਮ ਵਿੱਚ ਅਗਰ ਉਹ ਮਾਹਰ ਹੈਗਾ ਅਸੀਂ ਉਹਦਾ ਰਾਸਤਾ ਰੋਕੀ। हाँ, हमारा जो कह लें आप के प्लान है वो ये है कि एक सेहतमंद ਜਿਹੜਾ ਜਿਸਮ ਹੈ ਨਾ ਉਹ ਵੀ ਜ਼ਰੂਰੀ ਹੈ ਪੜ੍ਹਾਈ ਵਾਸਤੇ। ਲਿਹਾਜ਼ਾ ਖੇਲਾਂ ਨੂੰ ਪੜ੍ਹਾਈ ਦੇ ਨਾਲ ਲੈ ਕੇ ਚੱਲਣਾ ਵੀ ਬਹੁਤ ਜ਼ਰੂਰੀ ਹੈ ਔਰ ਮੇਰਾ ਜਿਹੜਾ ਜ਼ਾਤੀ ਖਿਆਲ ਹੈਗਾ ਵੇ ਕਿ ਅਸੀਂ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਵੀ ਇਕੁਅਲ ਚਾਂਸਿਸ ਫਰਾਹਮ ਕਰਨੇ ਚਾਹੀਦੇ ਨੇ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਪਿਛਲੇ ਸਾਲ ਜਿਹੜਾ ਨਾ ਪਹਿਲੀ ਵਾਰੀ ਸਪੋਰਟਸ ਦੇ ਵਿੱਚ ਹਿੱਸਾ ਲਿਆ ਔਰ ਮਾਸ਼ਾਅੱਲਾ ਤੁਸੀਂ ਕਈ ਗੇਮਾਂ 'ਚ ਪੋਜੀਸ਼ਨਾਂ ਵੀ ਲਈਆਂ ਤੇ ਆਇੰਦਾ ਤੁਹਾਡੇ ਕੀ ਜਿਹੜਾ ਨਾ ਉਹ ਪਲਾਨਸ ਨੇ? ਅਲਹਮਦੁਲਿਲਾ ਜੀ, ਜਿਸ ਟਾਈਮ ਅਸੀਂ ਗਏ ਹਾਂ ਤੇ ਬੋਰਡਸ ਦੇ ਅਫੀਸ਼ੀਅਲ ਜਿਹੜੇ ਨੇ ਉਹ ਹੈਰਾਨ ਹੋ ਗਏ ਨੇ
ਕਿ ਇੱਕ ਐਸਾ ਅਦਾਰਾ ਜਿਹਨੂੰ ਫਲੋਰਿਸ਼ ਹੋਇਆ ਵੀ 2 ਸਾਲ ਹੋਏ ਨੇ ਔਰ ਉਹਨਾਂ ਦੇ ਬੱਚਿਆਂ ਨੇ ਦਿਲੋਂ ਜਾਨ ਦੇ ਨਾਲ ਹਰ ਫੀਲਡ ਦੇ ਅੰਦਰ ਉਹਨਾਂ ਨੇ ਹਿੱਸਾ ਲਿਆ ਔਰ ਉਹਨਾਂ ਨੇ ਟਰਾਫੀਜ਼ ਜੀ ਨੇ ਬਾਸ ਫੀਲਡਾਂ ਦੇ ਅੰਦਰ ਵਿਨ ਕੀਤੀਆਂ ਨੇ ਔਰ ਮੈਂ ਸਮਝਦਾ ਵਾਂ ਕਿ ਸਾਡੀ ਇਹ ਜਿਹੜੀ ਜਿੱਤ ਹੈ ਉਹ ਅਗਲੇ ਆਉਣ ਵਾਲੇ ਸਾਲਾਂ ਵਾਸਤੇ ਸਾਡੇ ਵਾਸਤੇ ਬੜਾ ਹੀ ਕੀਮਤੀ ਸਰਮਾਇਆ ਹੋਵੇਗਾ ਔਰ ਬੱਚਿਆਂ ਦੇ ਅੰਦਰ ਔਰ ਖਾਸ ਤੌਰ ਤੇ ਬੱਚਿਆਂ ਦੇ ਅੰਦਰ ਬਹੁਤ ਜ਼ਿਆਦਾ ਸਪਿਰਿਟ ਜਿਹੜਾ ਨਾ ਪੈਦਾ ਹੋਏਗਾ। ਅੱਛਾ ਤੁਸੀਂ ਜਿਹੜਾ ਨਾ ਆਖਰ ਦੇ ਉੱਤੇ ਮੈਂ ਚਾਹਾਂਗਾ ਕਿ ਇੱਕ ਐਜ਼ ਅ ਐਜੂਕੇਸ਼ਨਿਸਟ ਔਰ ਵੈਲ ਐਕਸਪੀਰੀਅੰਸ ਐਜੂਕੇਸ਼ਨਿਸਟ ਦੇ ਤੌਰ ਤੇ ਤੁਸੀਂ ਸਟੂਡੈਂਟਸ ਨੂੰ ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਨਿਊ ਕਮਰਸ ਨੇ? ਮੇਰਾ ਜਿਹੜਾ ਬੱਚਿਆਂ ਦੇ ਨਾਲ ਅਕਸਰ ਕਹਿ ਲੈ ਡਾਇਲਾਗ ਹੁੰਦਾ ਹੈ ਉਹ ਮੈਂ ਸਿਰਫ ਇੱਕ ਹੀ ਗੱਲ ਕਰਨਾ ਹੁੰਦਾ ਕਿ ਦੇਖੋ ਜਦੋਂ ਤੁਸੀਂ ਕੋਈ ਅਦਾਰਾ ਜੁਆਇਨ ਕਰਦੇ ਹੋ ਉਹਦੇ ਅੰਦਰ ਡੇਲੀ ਬੇਸਿਸ ਤੇ ਆਪਣਾ ਵਰਕ ਜਿਹੜਾ ਵੀ ਹੋਮਵਰਕ ਨੂੰ ਮੱਦੇਨਜ਼ਰ ਰੱਖੋ। ਜਦੋਂ ਤੁਸੀਂ ਆਪਣੇ ਡੇਲੀ ਹੋਮਵਰਕ ਨੂੰ ਮੱਦੇਨਜ਼ਰ ਰੱਖੋਗੇ ਡੇਲੀ ਹੋਮਵਰਕ ਕਰੋਗੇ ਤੁਸੀਂ ਕਦੇ ਵੀ ਨਾਕਾਮ ਨਹੀਂ ਹੋਵੋਗੇ। ਉਸ ਤੋਂ ਬਾਅਦ ਜਿਸ ਟਾਈਮ ਕੋਈ ਕਾਲਜ ਤੁਸੀਂ ਨਇਆ ਜੁਆਇਨ ਕਰਦੇ ਹੋ ਅਦਾਰਾ ਕੋਈ ਨਇਆ ਜੁਆਇਨ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਬੇਸ਼ੁਮਾਰ ਦੋਸਤ ਮਿਲਦੇ ਨੇ ਬੇਸ਼ੁਮਾਰ ਨਏ ਤੁਹਾਡੇ ਦੋਸਤ ਬਣਦੇ ਨੇ। ਮੇਰਾ ਤੁਹਾਡੇ ਨੂੰ ਸਿਰਫ ਇੱਕ ਹੀ ਅਪੀਲ ਹੈ ਇੱਕ ਹੀ ਮੈਂ ਕਹਿਣਾ ਚਾਹਾਂਗਾ ਕਿ ਦਰਖਾਸਤ ਹੈ ਕਿ ਹਮੇਸ਼ਾ ਤੁਸੀਂ ਆਪਣੇ ਪਾਸਟ ਨੂੰ ਨਾ ਭੁੱਲੋ ਆਪਣੇ ਮਾਜ਼ੀ ਨੂੰ ਨਾ ਭੁੱਲੋ ਆਪਣੇ ਘਰ ਨੂੰ ਨਾ ਭੁੱਲੋ। ਜਿਹੜਾ ਬੱਚਾ ਆਪਣੇ ਘਰ ਨੂੰ ਨਹੀਂ ਭੁੱਲਦਾ ਆਪਣੇ ਮਾਜ਼ੀ ਨੂੰ ਨਹੀਂ ਭੁੱਲਦਾ ਉਹ ਯਕੀਨਨ ਡੀਟਰੈਕਟ ਨਹੀਂ ਹੁੰਦਾ ਔਰ ਉਹ ਆਪਣੇ ਸਾਰੇ ਮਾਮਲਾਤ ਬਿਲਕੁਲ ਸਹੀ ਰੱਖਦਾ ਔਰ ਉਹ ਕਾਮਯਾਬ ਹੋ ਜਾਂਦਾ। ਸਾਬਰ ਸਾਹਿਬ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਥੈਂਕ ਯੂ। ਤੁਸੀਂ ਵੇਖਿਆ ਕਿ ਅੱਜ ਦੀ ਜਿਹੜੀ ਇਹ ਤਕਰੀਬ ਹੋਈ ਹੈ MOU ਸਾਈਨ ਹੋਇਆ ਹੈ। ਅੱਲਾਹ ਤਾਲਾ ਦੀ ਜ਼ਾਤ ਅੱਗੇ ਦੁਆ ਹੈ ਕਿ ਇਸ ਗਰੁੱਪ ਆਫ ਕਾਲਜਿਸ ਔਰ ਜੀ ਮਗਨੋਲੀਆ ਹਾਊਸਿੰਗ ਸੁਸਾਇਟੀ ਦੀ ਜਿਹੜੀ JAC ਹੈ ਜੁਆਇੰਟ ਐਕਸ਼ਨ ਕਮੇਟੀ ਹੈ ਜਿਹੜੀ ਰਿਹਾਇਸ਼ੀਆਂ ਦੀ ਇੱਕ ਤਨਜ਼ੀਮ ਹੈ ਉਹਨਾਂ ਦੇ ਦਰਮਿਆਨ ਇੱਕ MOU ਸਾਈਨ ਹੋਇਆ ਹੈ ਕਿ ਜਿਹੜਾ ਵੀ ਉਹਨਾਂ ਦਾ ਜਿਹੜਾ ਨਾ ਰਿਕਮੈਂਡਡ ਬੱਚਾ ਜਾਂ ਬੱਚੀ ਇੱਥੇ ਯੂਨੀਵਰਸਿਟੀ ਕਲਾਸਿਸ ਜਾਂ ਕਾਲਜ ਕਲਾਸਿਸ ਦੇ ਵਾਸਤੇ ਆਏਗਾ ਉਹਨੂੰ ਹਾਫ ਜਿਹੜੀ ਨਾ ਫੀ ਜਿਹੜੀ ਨਾ ਉਹ ਵੇਵ ਕੀਤੀ ਜਾਏਗੀ ਅੱਧੀ ਫੀਸ ਉਹਦੀ ਜਿਹੜੀ ਉਹ ਛੱਡ ਦਿੱਤੀ ਜਾਏਗੀ। ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈ ਇਹਨਾਂ ਕਾਲਜ ਵਾਲੇ ਨੂੰ ਉਹਦਾ ਅਜਰ ਦੇਵੇ ਔਰ ਬੱਚਿਆਂ ਦੇ ਉੱਤੇ ਫਿਰ ਜਿਹੜਾ ਨਾ ਸੋਸਾਇਟੀ ਦੇ ਜਿਹੜੇ ਵਾਲਿदैन ਨੇ ਉਹਨਾਂ ਦੇ ਉੱਤੇ ਫਿਰ ਇਹ ਆ ਜਾਂਦਾ ਹੈ ਕਿ ਉਹ ਬੱਚਿਆਂ ਨੂੰ ਅਗਰ ਇੱਕ ਜਿਹੜੀ ਹੈ ਨਾ ਉਹ ਰਾਇਤ ਮਿਲ ਰਹੀ ਹੈ ਤਾਂ ਉਹਨਾਂ ਨੂੰ ਚਾਹੀਦਾ ਕਿ ਇਹਨੂੰ ਜਿਹੜਾ ਨਾ ਜ਼ਿਆਦਾ ਅੱਛੇ ਤਰੀਕੇ ਨਾਲ ਪੜ੍ਹ ਕੇ ਤੇ ਇਹਨੂੰ ਜਸਟੀਫਾਈ ਕਰਨ ਤਾਂ ਕਿ ਜਿਹੜਾ ਨਾ ਸਾਡਾ ਮੁਲਕ ਜਿਹੜਾ ਨਾ ਅੱਗੇ ਵਧੇ। ਇਹਦੇ ਨਾਲ ਹੀ ਆਪਣੇ ਹੋਸਟ ਅਬਸ ਸਿਆਦ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।